ਪੰਜਾਬ ਦੇ ਵਿੱਚ ਪੀਸੀਐਸ ਅਧਿਕਾਰੀ ਸਮੂਹਿਕ ਛੁੱਟੀ ਤੇ ਨੇ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ 2 ਵਜੇ ਅੱਜ ਦੁਪਹਿਰ ਯਾਨੀ ਕਿ ਦੁਪਹਿਰ 2 ਵਜੇ ਤੱਕ ਜੇਕਰ 11 ਤਰੀਕ ਦੁਪਹਿਰ 2 ਵਜੇ ਤੱਕ ਜੇਕਰ ਕੋਈ ਅਧਿਕਾਰੀ ਵਾਪਸ ਡਿਊਟੀ ਤੇ ਨਹੀਂ ਆਂਦਾ ਤਾਂ ਉਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਤਾਂ ਹੁਣ ਇਹ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਵਾਕਈ ਹੀ ਪੀਸੀਐਸ ਅਫਸਰ 2 ਵਜੇ ਤੱਕ ਸਮੂਹਿਕ ਛੁੱਟੀ ਬੰਦ ਕਰਕੇ ਆਪਣੇ ਦਫ਼ਤਰਾਂ 'ਚ ਨਹੀਂ ਆ ਜਾਂਦੇ ਤਾਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ, ਤਾਂ ਫਿਰ ਕੀ ਕਾਰਵਾਈ ਹੋਵੇਗੀ? ਸਸਪੈਂਡ ਤਾਂ ਹੋਣਗੇ ਤਾਂ ਉਸ ਤੋਂ ਬਾਅਦ ਇਹਨਾਂ ਦੀ ਨੌਕਰੀ ਦੇ ਉੱਪਰ ਕੀ ਅਸਰ ਪਵੇਗਾ? ਤਾਂ ਥੋੜਾ ਜਿਹਾ ਵਿਸ਼ਲੇਸ਼ਣ ਕਰਾਂਗੇ ਇਸ ਮਾਮਲੇ ਦੇ ਵਿੱਚ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਦਰਅਸਲ ਕੀ ਹੁੰਦਾ ਹੈ ਕਿ ਜਦੋਂ ਕੋਈ ਅਧਿਕਾਰੀ ਡਿਊਟੀ ਜੁਆਇਨ ਕਰਦਾ ਤਾਂ ਉਸ ਦੀ ਸਰਵਿਸ ਜਿਹੜੀ ਹੁੰਦੀ ਹੈ ਲਗਭਗ ਮੰਨ ਲਓ ਕਿ 35 ਸਾਲ ਉਹ ਨੌਕਰੀ ਕਰਦਾ ਤਾਂ ਉਸ ਤੋਂ ਬਾਅਦ ਉਸ ਨੂੰ ਜਿਹੜੀ ਪੈਨਸ਼ਨ ਲੱਗਦੀ ਹੈ। ਤਾਂ ਇਸ ਪੈਨਸ਼ਨ ਦੇ ਮਾਮਲੇ ਦੇ ਵਿੱਚ ਵੀ ਥੋੜੀ ਬ੍ਰੇਕ ਲੱਗ ਸਕਦੀ ਹੈ। ਤੇ ਦੂਸਰੇ ਪਾਸੇ ਜਦੋਂ ਕੋਈ ਪੀਸੀਐਸ ਅਧਿਕਾਰੀ ਜਿਹੜਾ ਹੁੰਦਾ ਡਿਊਟੀ ਕਰਦਾ ਤਾਂ ਉਸ ਨੂੰ ਜਿਹੜੀ ਪ੍ਰਮੋਸ਼ਨ ਮਿਲਦੀ ਹੈ ਉਹ 4 ਸਾਲ 9 ਸਾਲ ਜਾਂ ਫਿਰ 14 ਸਾਲ ਬਾਅਦ ਪ੍ਰਮੋਸ਼ਨ ਦਾ ਹੱਕਦਾਰ ਹੁੰਦਾ, ਜਾਂ ਫਿਰ ਕਹਿ ਲਓ ਕਿ ਇਹਨਾਂ ਨੂੰ ਇੰਕਰੀਮੈਂਟ ਮਿਲਦਾ ਇਸ ਪੀਰੀਅਡ ਦੇ ਨਾਲ। ਜਦੋਂ ਤੋਂ ਨੌਕਰੀ ਸਟਾਰਟ ਹੁੰਦੀ ਹੈ ਫਿਰ 4 ਸਾਲ ਹੋ ਜਾਂਦੇ ਆ, ਫਿਰ 9 ਸਾਲ ਹੋ ਜਾਂਦੇ, ਫਿਰ 14 ਸਾਲ ਹੋ ਜਾਂਦੇ। ਤਾਂ ਇਹਨਾਂ ਸਟੈਪਾਂ ਦੇ ਵਿੱਚ ਇਹਨਾਂ ਨੂੰ ਇੰਕਰੀਮੈਂਟ ਤੇ ਨਾਲ ਦੀ ਨਾਲ ਪ੍ਰਮੋਸ਼ਨ ਮਿਲਦੀ, ਜਾਂ ਕਹਿ ਲਓ ਵੀ ਅਗਲਾ ਇਹਨਾਂ ਨੂੰ ਗ੍ਰੇਡ ਮਿਲਦਾ ਹੈ। ਤਾਂ ਹੁਣ ਇਸ ਦੇ ਵਿੱਚ ਇਹ ਸ਼ਰਤ ਰੱਖੀ ਹੋਈ ਹੈ ਵੀ 4 ਸਾਲ 9 ਸਾਲ ਤੇ 14 ਸਾਲ ਦੇ ਜੇਕਰ ਤੁਸੀਂ ਗ੍ਰੇਡ ਹਾਸਲ ਕਰਨਾ ਤਾਂ ਤੁਹਾਡੀ ਜਿਹੜੀ ਹੈ ਸਰਵਿਸ ਉਹ ਰੈਗੂਲਰ ਹੋਣੀ ਚਾਹੀਦੀ ਹੈ। ਤੁਹਾਡਾ ਕੋਈ ਵੀ ਵਿੱਚ ਬ੍ਰੇਕ ਨਹੀਂ ਹੋਣਾ ਚਾਹੀਦਾ, ਕਿਸੇ ਵੀ ਤਰ੍ਹਾਂ ਦਾ ਕੋਈ ਬ੍ਰੇਕ ਨਹੀਂ ਹੋਣਾ ਚਾਹੀਦਾ। ਤਾਂ ਹੁਣ ਸਰਕਾਰ ਨੇ ਕੀ ਕੀਤਾ, 13 ਜਨਵਰੀ ਤੱਕ ਪੀਸੀਐਸ ਅਧਿਕਾਰੀ ਜਿਹੜੇ ਛੁੱਟੀ ਤੇ ਗਏ ਹੋਏ ਨੇ ਤਾਂ ਹੁਣ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਕਿ ਜਿਹੜੀ ਸਟ੍ਰਾਈਕ ਹੈ ਉਹ ਇਨਲੀਗਲ ਮੰਨੀ ਜਾਏਗੀ, ਯਾਨੀ ਕਿ ਗੈਰ ਕਾਨੂੰਨੀ ਮੰਨੀ ਜਾਏਗੀ, ਕਾਨੂੰਨੀ ਰੂਪ ਦੇ ਵਿੱਚ ਨਹੀਂ ਹੋਵੇਗੀ। ਤਾਂ ਇਸ ਦਾ ਇਹ ਮਤਲਬ ਹੋਇਆ ਕਿ ਜਦੋਂ ਤੋਂ ਇਹਨਾਂ ਜਿਹੜੇ ਪੀਸੀਐਸ ਅਧਿਕਾਰੀ ਛੁੱਟੀ ਤੇ ਗਏ ਹੋਏ ਨੇ ਤਾਂ ਉਹ ਇਹਨਾਂ ਦੀ ਐਬਸੈਂਟ ਮੰਨੀ ਜਾਏਗੀ, ਉਹ ਸਟ੍ਰਾਈਕ ਨਹੀਂ ਮੰਨੀ ਜਾਏਗੀ, ਉਸ ਨੂੰ ਜਿਹੜਾ ਆ ਉਹ ਗੈਰ ਹਾਜ਼ਰੀ ਮੰਨੀ ਜਾਏਗੀ ਇਹਨਾਂ ਦੀ। ਤਾਂ ਅਜਿਹੇ ਦੇ ਵਿੱਚ ਜਦੋਂ ਗੈਰ ਹਾਜ਼ਰ ਬੰਦਾ ਹੋ ਜਾਂਦਾ ਤਾਂ ਫਿਰ ਉਹਨਾਂ ਦੀ ਪਿਛਲੀ ਸਰਵਿਸ ਦਾ ਜਿਹੜਾ ਰਿਕਾਰਡ ਹੁੰਦਾ ਉਸ ਦੇ ਵਿੱਚ ਬ੍ਰੇਕ ਆ ਜਾਂਦੀ ਹੈ, ਜਾਣੀ ਕਿ ਉਹਨਾਂ ਦੇ ਵਿੱਚ ਉਹ ਗੈਪ ਆ ਜਾਂਦਾ ਤੇ ਉਹ ਨੌਕਰੀ ਜਿਹੜੀ ਹੈਗੀ ਉਹ ਰੈਗੂਲਰ ਨਹੀਂ ਹੋ ਰਹਿ ਪਾਉਂਦੀ। ਤੇ ਇਸ ਕਰਕੇ ਇਹ ਜਿਹੜਾ ਸਿੱਧਾ ਇਫੈਕਟ ਪਵੇਗਾ ਇਹਨਾਂ ਦੇ ਇੰਕਰੀਮੈਂਟ ਤੇ ਪਵੇਗਾ, ਇਹਨਾਂ ਦੀ ਪ੍ਰਮੋਸ਼ਨ ਤੇ ਪਵੇਗਾ, ਇਹਨਾਂ ਦੀ ਪੈਨਸ਼ਨ ਤੇ ਪਵੇਗਾ। ਇਹ ਸਿੱਧਾ ਅਸਰ ਜਿਹੜਾ ਹੈ ਇਹਨਾਂ ਦੇ ਉੱਪਰ ਪਵੇਗਾ। ਤਾਂ ਦੂਸਰੇ ਪਾਸੇ ਪੰਜਾਬ ਸਰਕਾਰ ਜਿਹੜੀ ਹੈ ਉਸਨੇ ਵੀ ਸਾਫ਼ ਹਦਾਇਤ ਦਿੱਤੀ ਹੋਈ ਹੈ ਕਿ 2 ਵਜੇ ਤੱਕ 11 ਜਨਵਰੀ ਦੁਪਹਿਰ 2 ਵਜੇ ਤੱਕ ਦਫ਼ਤਰਾਂ ਦੇ ਵਿੱਚ ਪਹੁੰਚਣ ਅਧਿਕਾਰੀ ਜੇਕਰ ਨਹੀਂ ਪਹੁੰਚਦੇ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਸਸਪੈਂਡ ਹੋਣਗੇ, ਸਸਪੈਂਡ ਤੋਂ ਬਾਅਦ ਫਿਰ ਸਿੱਧਾ ਅਸਰ ਜਿਹੜਾ ਉਹਨਾਂ ਦਾ, ਯਾਨੀ ਕਿ ਉਹ ਜਿਹੜੇ ਪੀਸੀਐਸ ਅਧਿਕਾਰੀ ਜਿਹੜੇ 2 ਵਜੇ ਤੱਕ ਨਹੀਂ ਪਹੁੰਚਦੇ ਆਪਣੇ ਦਫ਼ਤਰਾਂ ਦੇ ਵਿੱਚ, ਉਹ 4 9 ਤੇ 14 ਸਾਲ ਵਾਲੀ ਜਿਹੜੀ ਸਕੀਮ ਹੈਗੀ ਇਹਨਾਂ ਦੀ ਪ੍ਰਮੋਸ਼ਨ ਪੀਰੀਅਡ ਹੈਗਾ 4 ਸਾਲ ਫਿਰ 9 ਸਾਲ ਫਿਰ 14 ਸਾਲ ਦਾ, ਉਸ ਦਾ ਲਾਭ ਇਹ ਨਹੀਂ ਲੈ ਸਕਣਗੇ। ਇਸ ਤੋਂ ਇਲਾਵਾ ਜਿੰਨੀ ਵੀ ਸਟ੍ਰਾਈਕ ਹੁਣ ਤੱਕ ਚੱਲੀ ਹੋਈ ਹੈ ਇਹ ਜਿਹੜੀ ਹੈ ਬ੍ਰੇਕ ਮੰਨੀ ਜਾਵੇਗੀ ਇਹਨਾਂ ਦੀ, ਇਹਨਾਂ ਨੂੰ ਜਿਹੜਾ ਹੈ ਸਟ੍ਰਾਈਕ ਨਹੀਂ ਮੰਨੀ ਜਾਵੇਗੀ, ਕਿਉਂਕਿ ਸਰਕਾਰ ਨੇ ਲੈਟਰ ਜਾਰੀ ਕੀਤਾ ਚੀਫ ਸੈਕਟਰੀ ਦੇ ਹਵਾਲੇ ਦੇ ਨਾਲ ਔਰ ਇਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਜੋ ਸਟ੍ਰਾਈਕ ਹੈ ਪੀਸੀਐਸ ਅਧਿਕਾਰੀਆਂ ਦੀ ਇਹ ਇਨਲੀਗਲ ਹੈ। ਇਸ ਕਰਕੇ ਹੁਣ ਸਰਕਾਰ ਨੇ ਜਿਹੜਾ ਹੈ ਨਬਜ਼ ਫੜ ਲਈ ਹੈ ਪੀਸੀਐਸ ਅਧਿਕਾਰੀਆਂ ਦੀ, ਜੇਕਰ 2 ਵਜੇ ਤੋਂ ਪਹਿਲਾਂ ਨਹੀਂ ਆਉਂਦੇ ਤਾਂ ਇਹ ਜਿਹੜੇ ਤੁਹਾਨੂੰ ਦੱਸੇ ਇਹ ਅਸਰ ਪੈ ਸਕਦੇ ਨੇ। ਤਾਂ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਆਰਟੀਏ ਅਫਸਰ ਜੋ ਲੁਧਿਆਣਾ ਦੇ ਵਿੱਚ ਨਰਿੰਦਰ ਧਾਲੀਵਾਲ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਰਿਸ਼ਵਤਖੋਰੀ ਮਾਮਲੇ ਦੇ ਵਿੱਚ। ਉਸ ਦੇ ਉੱਪਰ ਇਲਜ਼ਾਮ ਨੇ ਕਿ ਟਰਾਂਸਪੋਰਟਰਾਂ ਤੋਂ ਉਹ ਜਿਹੜਾ ਹੈ ਮਹੀਨਾਵਾਰੀ ਪੈਸੇ ਵਸੂਲ ਕਰਦਾ ਤੇ ਇਸ ਐਵਜ਼ ਦੇ ਵਿੱਚ ਟਰਾਂਸਪੋਰਟਰਾਂ ਦਾ ਚਲਾਨ ਨਹੀਂ ਕੱਟਦਾ। ਤੇ ਇਸ ਸਕੈਮ ਦੇ ਵਿੱਚ ਇੱਕ ਆਰਟੀਏ ਕਾਂਸਟੇਬਲ ਬਹਾਦਰ ਸਿੰਘ ਵੀ ਜੁੜਿਆ ਹੋਇਆ, ਜਿਸ ਨੂੰ ਵਿਜੀਲੈਂਸ ਨੇ ਆਪਣਾ ਸਰਕਾਰੀ ਗਵਾਹ ਬਣਾ ਲਿਆ। ਬਹਾਦਰ ਸਿੰਘ ਨੂੰ ਜਦੋਂ ਗ੍ਰਿਫਤਾਰ ਕੀਤਾ ਸੀ ਤਾਂ ਉਸਨੇ ਆਪਣਾ ਜੁਰਮ ਕਬੂਲਿਆ ਤੇ ਰਿਸ਼ਵਤ ਵਾਲੇ 2,30,000 ਰੁਪਏ ਵਿਜੀਲੈਂਸ ਨੂੰ ਵੀ ਸੌਂਪ ਦਿੱਤੇ ਕਿ ਆਹ ਲੋ ਜੀ, ਆਹ ਅਸੀਂ ਰਿਸ਼ਵਤ ਇਕੱਠੀ ਕੀਤੀ ਸੀ, ਆਹ ਪੈਸੇ ਹੈ ਜੋ ਵਿਜੀਲੈਂਸ ਦੇ ਮੁਤਾਬਕ ਹੈ ਇਸ ਸਮੇਂ। ਤਾਂ ਫਿਰ ਵਿਜੀਲੈਂਸ ਨੇ ਉਸ ਨੂੰ ਆਪਣਾ ਸਰਕਾਰੀ ਗਵਾਹ ਬਣਾਇਆ ਹੋਇਆ। 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਨਰਿੰਦਰ ਧਾਲੀਵਾਲ ਦਾ। ਹਾਸਲ ਕਰਨ ਤੋਂ ਬਾਅਦ 10 ਜਨਵਰੀ ਨੂੰ ਦੁਬਾਰਾ ਤੋਂ ਪੇਸ਼ ਕੀਤਾ ਗਿਆ ਲੁਧਿਆਣਾ ਕੋਰਟ ਦੇ ਵਿੱਚ। ਲੁਧਿਆਣਾ ਕੋਰਟ ਨੇ ਫਿਰ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਤਾ, ਯਾਨੀ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਨਰਿੰਦਰ ਧਾਲੀਵਾਲ ਨੂੰ। ਤਾਂ ਆਰਟੀਏ ਨਰਿੰਦਰ ਧਾਲੀਵਾਲ ਦੇ ਖਿਲਾਫ ਜੋ ਕਾਰਵਾਈ ਕੀਤੀ ਗਈ ਹੈ ਇਸ ਦੇ ਰੋਸ ਵਜੋਂ ਪੀਸੀਐਸ ਲੌਬੀ ਜਿਹੜੀ ਹੈਗੀ ਆ ਉਹ ਸਟ੍ਰਾਈਕ ਤੇ ਹੈ, ਸਟ੍ਰਾਈਕ ਤੇ ਧਰਨੇ ਤੇ ਚਲੇ ਗਏ ਨੇ। ਤਾਂ ਹੁਣ ਸਰਕਾਰ ਨੇ ਇਹਨਾਂ ਦੇ ਸਟ੍ਰਾਈਕ ਨੂੰ ਗੈਰ ਕਾਨੂੰਨੀ ਦੱਸਿਆ।
ਗੈਰ ਕਾਨੂੰਨੀ ਦੱਸਣ ਦੇ ਨਾਲ ਹੁਣ ਇਸ ਦਾ ਅਸਰ ਜਿਹੜਾ ਆ ਉਹ ਜੇਕਰ ਵਾਕਈ 2 ਵਜੇ ਤੱਕ ਨਹੀਂ ਪਹੁੰਚਦੇ ਅਫਸਰ ਤਾਂ ਆਰ-ਪਾਰ ਦੀ ਲੜਾਈ ਸਰਕਾਰ ਦੇ ਨਾਲ ਦੇਖਣ ਨੂੰ ਮਿਲ ਸਕਦੀ ਹੈ ਪੀਸੀਐਸ ਅਧਿਕਾਰੀਆਂ ਦੀ। ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਸਰਕਾਰ ਕੀ ਐਕਸ਼ਨ ਲੈਂਦੀ ਹੈ, ਸਸਪੈਂਡ ਉਹਨਾਂ ਨੂੰ ਕਰਦੀ ਹੈ। ਸਸਪੈਂਡ ਹੋਣ, ਜੇਕਰ ਸਸਪੈਂਡ ਹੋ ਜਾਂਦੇ ਹੈ ਤਾਂ ਉਹਨਾਂ ਦੇ ਇਨਕਰੀਮੈਂਟ, ਪੈਨਸ਼ਨ ਤੇ ਨਾਲ ਦੀ ਨਾਲ ਉਹਨਾਂ ਨੂੰ ਪ੍ਰਮੋਸ਼ਨ ਦੇ ਉੱਪਰ ਅਸਰ ਪਵੇਗਾ, ਕਿਉਂਕਿ 4 ਸਾਲ ਬਾਅਦ 4 ਸਾਲ 9 ਸਾਲ ਤੇ 14 ਸਾਲ ਦਾ ਜਿਹੜਾ ਪੀਰੀਅਡ ਹੁੰਦਾ ਇਹਨਾਂ ਦੇ ਵਿੱਚ ਇਹਨਾਂ ਨੂੰ ਇਸ ਹਿਸਾਬ ਦੇ ਨਾਲ ਜਦੋਂ ਤੋਂ ਨੌਕਰੀ ਸਟਾਰਟ ਹੁੰਦੀ ਹੈ ਉਸ ਤੋਂ ਬਾਅਦ 4 ਸਾਲ ਬਾਅਦ ਇਨਕਰੀਮੈਂਟ ਲੱਗਦਾ, ਫਿਰ 9 ਸਾਲ ਬਾਅਦ, ਫਿਰ 14 ਸਾਲ ਬਾਅਦ ਇਵੇਂ ਹੀ ਪ੍ਰਮੋਸ਼ਨ ਮਿਲਦੀ ਹੈ ਤੇ ਇਵੇਂ ਹੀ ਗ੍ਰੇਡ ਮਿਲਦਾ। ਤੇ ਇਹਨਾਂ ਦੇ ਵਿੱਚ ਸ਼ਰਤ ਹੁੰਦੀ ਹੈ ਕਿ ਕੋਈ ਵੀ ਜੌਬ ਦੇ ਅੰਦਰ ਗੈਪ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ। ਤਾਂ ਹੁਣ ਸਟ੍ਰਾਈਕ ਨੂੰ ਇਨਲੀਗਲ ਦੱਸਿਆ ਤਾਂ ਅਜਿਹੇ ਵਿੱਚ ਇਸ ਨੂੰ ਗੈਪ ਮੰਨਿਆ ਜਾਵੇਗਾ ਤਾਂ ਇਹ ਅਸਰ ਪਵੇਗਾ। ਹੋਰ ਤਾਜ਼ਾ ਦੁਨੀਆ ਦੀਆਂ ਤੇ ਪੰਜਾਬ ਦੀਆਂ ਅਪਡੇਟ ਜਾਣਨ ਲਈ ਤੁਸੀਂ ਲਗਾਤਾਰ ਬਣੇ ਰਹੋ ਦਾ ਖਾਲਸ ਟੀਵੀ ਨਾਲ। ਧੰਨਵਾਦ।